ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਕਾਰ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ। ਗੁਰੂ ਮਹਾਰਾਜ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਚਰਨਾਂ ਵਿਖੇ ਗੁਰੂ ਦਰਬਾਰ ਵਿਖੇ ਜੁੜੇ ਹਾਂ ਔਰ ਪਾਵਨ ਬਾਣੀ ਦੇ ਅੰਮ੍ਰਿਤਮਈ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ। ਕੀਰਤਨ ਦੇ ਆਨੰਦ ਉਪਰੰਤ ਗੁਰੂ ਕੀ ਪਾਵਨ ਬਾਣੀ ਆਨੰਦ ਸਾਹਿਬ ਦੀ ਵਿਚਾਰ ਦੀ ਸਾਂਝ ਪਾਈਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਅੰਮ੍ਰਿਤਮਈ ਬਾਣੀ, ਜਿੱਥੇ ਅੰਮ੍ਰਿਤ ਸੰਚਾਰ ਸਮੇਂ ਪੜ੍ਹੀ ਜਾਂਦੀ ਹੈ, ਉੱਥੇ ਸਾਡੇ ਰੋਜ਼ਾਨਾ ਦੇ ਨਿਤਨੇਮ ਦਾ ਇਹ ਇੱਕ ਹਿੱਸਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਸ ਪਾਵਨ ਪਵਿੱਤਰ ਬਾਣੀ ਅੰਦਰ ਆਨੰਦ ਦੀ ਵਿਚਾਰ ਬਖਸ਼ਿਸ਼ ਕਰਦੇ ਹੋਏ ਵੱਖ-ਵੱਖ ਪਹਿਲੂਆਂ ਦਾ ਗਿਆਨ ਉਪਦੇਸ਼ ਸਾਨੂੰ ਬਖਸ਼ ਰਹੇ ਨੇ। ਔਰ ਗੁਰੂ ਕੀ ਕਿਰਪਾ ਸਦਕਾ ਇਸ ਬਾਣੀ ਦੀਆਂ 13 ਪੌੜੀਆਂ ਤੱਕ ਦੀ ਵਿਚਾਰ ਪਿਛਲੀਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ। ਕੱਲ੍ਹ ਜਿੱਥੋਂ ਅਸੀਂ ਵਿਚਾਰ ਨੂੰ ਸੰਕੋਚਿਆ ਸੀ 13 ਨੰਬਰ ਪੌੜੀ, ਉੱਥੇ ਸਤਿਗੁਰੂ ਨੇ ਅੰਮ੍ਰਿਤ ਦੀ ਗੱਲ ਕੀਤੀ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਆਨੰਦ ਅਵਸਥਾ ਤੱਕ ਪਹੁੰਚਣਾ ਹੈ, ਫਿਰ ਅੰਮ੍ਰਿਤ ਦੇ ਧਾਰਨੀ ਬਣਨਾ ਪਏਗਾ। ਉਹਦੇ ਤੋਂ ਬਿਨਾਂ ਅੰਦਰ ਤ੍ਰਿਪਤ ਨਹੀਂ ਹੈ, ਤੇ ਜੇ ਅੰਦਰ ਤ੍ਰਿਪਤ ਨਹੀਂ ਹੈ, ਸੰਤੁਸ਼ਟ ਨਹੀਂ ਹੈ, ਲੱਭ ਲੋਭ ਅਹੰਕਾਰ ਚੂਕਾ ਵਾਲੀ ਜੇ ਅੰਦਰ ਕਲਾ ਨਹੀਂ ਬਣੀ ਹੈ, ਫਿਰ ਜੀਵਨ ਆਨੰਦ ਅਵਸਥਾ 'ਚ ਵੀ ਨਹੀਂ ਪਹੁੰਚ ਸਕਦਾ ਹੈ। ਸੋ ਅੰਦਰ ਤ੍ਰਿਪਤ ਹੁੰਦਾ ਹੈ ਅੰਮ੍ਰਿਤ ਦੀ ਦਾਤ ਨੂੰ ਧਾਰਨ ਕੀਤਿਆਂ, ਅੰਮ੍ਰਿਤ ਦੇ ਨਾਲ ਜੁੜਿਆ। ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ। ਇਸ ਕਰਕੇ ਮਹਾਰਾਜ ਕਹਿੰਦੇ ਉਹ ਜਿਹੜਾ ਅੰਮ੍ਰਿਤ ਅੰਦਰ ਨੂੰ ਤ੍ਰਿਪਤ ਕਰਨ ਵਾਲਾ ਹੈ, ਉਹ ਅੰਮ੍ਰਿਤ ਦੀ ਦਾਤ ਕਿੱਥੋਂ ਮਿਲਦੀ ਹੈ? ਵਾਹਿਗੁਰੂ ਦੀ ਕਿਰਪਾ ਤੇ ਗੁਰੂ ਦੀ ਰਹਿਮਤ ਸਦਕਾ। ਕਹੈ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਜਿਹਦੇ ਤੇ ਮਾਲਕ ਆਪ ਤੁਰੁੱਠਦਾ ਹੈ, ਉਹ ਫਿਰ ਗੁਰੂ ਕੇ ਦਰ ਤੋਂ ਗੁਰੂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ। ਇਸ ਤੋਂ ਅੱਗੇ ਅੱਜ 14 ਨੰਬਰ ਪੌੜੀ ਅੰਦਰ ਸਤਿਗੁਰੂ ਗੱਲ ਕਰਦੇ ਨੇ ਭਗਤ ਦੀ। ਭਗਤ ਉਹ ਜਿਹੜਾ ਅੰਮ੍ਰਿਤ ਦੀ ਦਾਤ ਦਾ ਧਾਰਨੀ ਹੈ। ਭਗਤ ਉਹ ਜਿਹੜਾ ਪਰਮੇਸ਼ਰ ਦੀ ਇਬਾਦਤ 'ਚ ਜੁੜਿਆ ਹੈ। ਭਗਤ ਉਹ ਜਿਹੜਾ ਆਨੰਦ ਅਵਸਥਾ 'ਚ ਵਿਚਰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਗਤ ਦੀ ਜਿਹੜੀ ਜੀਵਨ ਜੁਗਤ ਹੈ ਨਾ, ਉਹ ਬੜੀ ਵੱਖਰੀ ਹੈ, ਬੜੀ ਨਿਰਾਲੀ ਹੈ। ਭਗਤਾਂ ਕੀ ਚਾਲ ਨਿਰਾਲੀ। ਚਾਲ ਦਾ ਮਤਲਬ ਹੈ ਜੀਵਨ ਜੁਗਤ, ਵੇ ਆਫ ਲਾਈਫ, ਜੀਵਨ ਜਿਉਣ ਦਾ ਤਰੀਕਾ, ਜ਼ਿੰਦਗੀ ਬਤੀਤ ਕਰਨ ਦਾ ਸਟਾਈਲ ਵੱਖਰਾ ਹੈ। ਕਿਹਦੇ ਤੋਂ ਵੱਖਰਾ ਹੈ? ਸਾਡੇ ਵਰਗੇ ਆਮ ਸੰਸਾਰੀ ਲੋਕਾਂ ਤੋਂ ਵੱਖਰਾ ਹੈ। ਜਿਹੜੀਆਂ ਵਾਸ਼ਨਾਵਾਂ ਆਮ ਸੰਸਾਰੀ ਬੰਦਾ ਮਨ 'ਚ ਰੱਖ ਕੇ ਜਿਉਂਦਾ ਹੈ, ਉਹ ਵਾਸ਼ਨਾਵਾਂ ਭਗਤ ਦੇ ਜੀਵਨ ਅੰਦਰ ਨਹੀਂ। ਸੰਸਾਰੀ ਮਨੁੱਖ ਦੇ ਮਨ ਅੰਦਰ ਕੂੜ ਕਪਟ, ਈਰਖਾ ਦਵੈਸ਼, ਇਹ ਚੀਜ਼ਾਂ ਹਮੇਸ਼ਾ ਹਾਵੀ ਰਹਿੰਦੀਆਂ, ਐਕਟਿਵ ਰਹਿੰਦੀਆਂ ਹਨ। ਪਰ ਭਗਤ ਦੇ ਜੀਵਨ ਅੰਦਰ ਇਹ ਕੁਝ ਨਹੀਂ। ਭਗਤ ਦੇ ਜੀਵਨ 'ਚ ਸੱਚਾਈ ਹੈ। ਭਗਤ ਦੇ ਜੀਵਨ ਅੰਦਰ ਪ੍ਰੇਮ ਹੈ। ਭਗਤ ਦੇ ਜੀਵਨ ਅੰਦਰ ਸਰਬੱਤ ਦਾ ਭਲਾ ਹੈ।
ਭਗਤ ਦੇ ਜੀਵਨ ਅੰਦਰ ਵਾਹਿਗੁਰੂ ਦੇ ਭਾਣੇ ਨੂੰ, ਰਜਾ ਨੂੰ ਮਿੱਠਾ ਕਰਕੇ ਮੰਨਣਾ ਹੈ। ਇਸ ਕਰਕੇ ਮਹਾਰਾਜ ਦਾ ਬਚਨ ਹੈ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਦਾਂ ਸਮਝ ਲਈਏ ਕਿ ਭਗਤ ਉਤਾਂਹ ਨੂੰ ਜਾਂਦਾ ਪਿਆ ਹੈ। ਸਾਡਾ ਸੰਸਾਰੀ ਜੀਵਾਂ ਦਾ ਜੀਵਨ ਨਿਵਾਣ ਵਾਲੇ ਪਾਸੇ ਜਾਂਦਾ। ਇੱਕ ਬੰਦਾ ਇੱਕ ਸੱਜੇ ਨੂੰ ਜਾਂਦਾ ਪਿਆ ਹੋਵੇ, ਇੱਕ ਖੱਬੇ ਨੂੰ, ਜਾਂ ਇੱਕ ਉੱਪਰ ਚੜ੍ਹਾਈ ਚੜ੍ਹ ਰਿਹਾ ਹੋਵੇ, ਇੱਕ ਉੱਪਰੋਂ ਹੇਠਾਂ ਉਤਰ ਰਿਹਾ ਹੋਵੇ, ਦੋਵੇਂ ਇਕੱਠੇ ਕਿੱਦਾਂ ਸਫ਼ਰ ਕਰ ਸਕਦੇ, ਚੱਲ ਸਕਦੇ ਹਨ? ਹਾਂ, ਜੇ ਦੋਵੇਂ ਉੱਪਰ ਨੂੰ ਜਾਂਦੇ ਹੋਣ ਸਾਥ ਬਣਦਾ ਹੈ। ਜੇ ਦੋਵੇਂ ਨੀਚੇ ਨੂੰ ਹੇਠਾਂ ਨੂੰ ਆਉਂਦੇ ਹੋਣ ਤੇ ਸਾਥ ਫਿਰ ਵੀ ਬਣ ਸਕਦਾ ਹੈ। ਪਰ ਜੇ ਦੋਵਾਂ ਦਾ ਸਫ਼ਰ ਅਲੱਗ-ਅਲੱਗ ਦਿਸ਼ਾਵਾਂ ਵਾਲੇ ਪਾਸੇ ਹੈ ਤੇ ਫਿਰ ਇਕੱਠੇ ਕਿਵੇਂ ਚੱਲਣਗੇ? ਧੰਨ ਗੁਰੂ ਅੰਗਦ ਦੇਵ ਜੀ ਦਾ ਇੱਕ ਬਚਨ ਹੈ, ਕਹਿੰਦੇ ਤੁਰਦੇ ਕੋ ਤੁਰਦਾ ਮਿਲੈ। ਤੁਰਦਾ ਬੰਦਾ ਕੋਈ ਹੋਰ ਤੁਰਦਾ ਹੋਵੇ, ਉਹ ਦੋਵਾਂ ਦਾ ਸਾਥ ਬਣ ਸਕਦਾ ਹੈ। ਇੱਕ ਖੜਾ ਹੈ, ਇੱਕ ਚੱਲ ਰਿਹਾ ਹੈ, ਸਾਥ ਕਿੱਦਾਂ ਬਣੇਗਾ? ਤੁਰਦੇ ਕੋ ਤੁਰਦਾ ਮਿਲੈ, ਉਡਤੇ ਕੋ ਉਡਤਾ, ਜੀਵਤੇ ਕੋ ਜੀਵਤਾ ਮਿਲੈ, ਮੂਏ ਕੋ ਮੂਆ। ਇੱਦਾਂ ਸਮਝ ਲਈਏ ਕਿ ਸੰਸਾਰੀ ਵਿਕਾਰਾਂ ਪਦਾਰਥਾਂ 'ਚ ਫਸਿਆ ਹੋਇਆ ਮਨੁੱਖ ਸਮਝੋ ਆਤਮਕ ਮੌਤੇ ਮਰਿਆ ਪਿਆ ਹੈ ਤੇ ਵਾਹਿਗੁਰੂ ਦੀ ਇਬਾਦਤ ਬੰਦਗੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਭਗਤ ਜਿਉਂਦਾ ਹੈ। ਮਹਾਰਾਜ ਕਹਿੰਦੇ ਇੱਕ ਜਿਉਂਦੇ ਦਾ ਤੇ ਇੱਕ ਮੁਰਦੇ ਦਾ ਸਾਥ ਕਿੱਦਾਂ ਚੱਲ ਸਕਦਾ ਹੈ? ਨਹੀਂ ਚੱਲ ਸਕਦਾ। ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਤੇ ਵੈਸੇ ਵੀ ਜਦੋਂ ਆਪਾਂ ਇਤਿਹਾਸ ਦੇ ਕੁਝ ਪੱਤਰਿਆਂ ਨੂੰ ਵੀ ਅੱਖਾਂ ਸਾਹਮਣੇ ਲਿਆ ਕੇ ਵੇਖੀਏ ਨਾ, ਤੇ ਇਹ ਚੀਜ਼ਾਂ ਵਾਰ-ਵਾਰ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਭਗਤ ਦੇ ਨਾਲ ਸੰਸਾਰੀ ਲੋਕਾਂ ਦਾ, ਸੰਸਾਰੀ ਹਾਕਮਾਂ ਦਾ ਟਕਰਾਈ ਬਣਿਆ ਰਿਹਾ। ਸਭ ਤੋਂ ਪਹਿਲੀ ਬਾਣੀ 'ਚ ਉਦਾਹਰਨ ਮਿਲਦੀ ਹੈ ਭਗਤ ਪ੍ਰਹਿਲਾਦ ਦੀ। ਅਤਿਅੰਤ ਸੰਸਾਰੀ ਵਿਕਾਰੀ ਬਿਰਤੀ ਵਾਲਾ ਹੈ ਹਰਨਾਕਸ਼। ਹਾਲਾਂਕਿ ਪ੍ਰਹਿਲਾਦ ਦਾ ਪਿਤਾ ਹੀ ਹੈ, ਪਰ ਬਿਰਤੀ ਪ੍ਰਹਿਲਾਦ ਦੀ ਭਗਤ ਬਿਰਤੀ ਹੈ ਔਰ ਹਰਨਾਕਸ਼ ਦੀ ਐਨ ਸੰਸਾਰੀ ਬਿਰਤੀ, ਹੰਕਾਰੀ ਬਿਰਤੀ ਹੈ। ਉਹ ਹੰਕਾਰੀ ਬਿਰਤੀ ਤੇ ਭਗਤ ਬਿਰਤੀ ਦਾ ਆਪਸ ਦੇ ਵਿੱਚ ਤਾਲਮੇਲ ਨਹੀਂ ਬਹਿੰਦਾ ਹੈ। ਹੁਣ ਭਗਤ ਤਾਂ ਮਾੜਾ ਕਰਦਾ ਕੋਈ ਨਹੀਂ ਹੈ। ਇਹ ਤਾਂ ਹੈ ਨਹੀਂ ਹੈ ਕਿ ਪ੍ਰਹਿਲਾਦ ਸੋਚੇ ਜਾਂ ਪ੍ਰਹਿਲਾਦ ਭਗਤ ਨੇ ਸੋਚਿਆ ਹੋਵੇ ਕਿ ਹਰਨਾਕਸ਼ ਪਿਤਾ ਮੇਰੇ ਦੇ ਨਾਲ ਮੇਰਾ ਤਾਲਮੇਲ ਨਹੀਂ ਬਹਿੰਦਾ ਤੇ ਮੈਂ ਇਹਨੂੰ ਖਤਮ ਕਰ ਦੇਵਾਂ। ਸੰਸਾਰੀ ਤੌਰ ਤੇ ਹੁੰਦਾ ਹੈ, ਇੱਕ ਸੰਸਾਰੀ ਦਾ ਦੂਜੇ ਸੰਸਾਰੀ ਦੇ ਨਾਲ ਜੇ ਤਾਲਮੇਲ ਨਹੀਂ ਬਹਿੰਦਾ, ਸੰਸਾਰੀ ਬੰਦਾ ਸੰਸਾਰੀ ਤੇ ਹਮਲਾ ਕਰਦਾ ਹੈ। ਪਰ ਭਗਤ ਕਿਸੇ ਤੇ ਅਟੈਕ ਨਹੀਂ ਕਰਦਾ, ਹਮਲਾ ਨਹੀਂ ਕਰਦਾ। ਉਹ ਆਪਣੇ ਰਸਤੇ ਚੱਲਦਾ ਜਾਂਦਾ ਹੈ। ਉਹਨੂੰ ਕੋਈ ਨਿੰਦੀ ਵੀ ਜਾਏ, ਉਹਨੂੰ ਕੋਈ ਮਾੜਾ ਵੀ ਕਹੀ ਜਾਏ, ਭਗਤ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ ਹੈ। ਨਾ ਮਾੜਾ ਸੋਚਦਾ ਹੈ, ਨਾ ਮਾੜਾ ਕਰਦਾ। ਇਹੀ ਤੇ ਭਗਤ ਦੇ ਜੀਵਨ ਦੀ ਨਿਰਾਲੀ ਚਾਲ ਹੈ। ਪਰ ਹਰਨਾਕਸ਼ ਸਾਰਾ ਕੁਝ ਕਰਦਾ ਹੈ, ਜਿਹੜੇ ਹੱਥ ਕੰਡੇ ਉਹਦੇ ਕੋਲੋਂ ਅਪਣਾਏ ਜਾ ਸਕਦੇ ਸਨ, ਉਹਨੇ ਸਾਰੇ ਤਰੀਕੇ ਵਰਤਾਏ ਕਿ ਇਹ ਪ੍ਰਹਿਲਾਦ ਨੂੰ ਮੈਂ ਖਤਮ ਕਰ ਦੇਵਾਂ। ਇਹ ਜਿਹੜਾ ਹਮੇਸ਼ਾ ਪਰਮਾਤਮਾ ਦੀ ਭਗਤੀ ਦੀ ਗੱਲ ਕਰਦਾ, ਰਾਮ ਰਾਮ ਦੀ ਗੱਲ ਕਰਦਾ, ਮੈਂ ਇਹਨੂੰ ਰਸਤੇ 'ਚੋਂ ਹਟਾ ਦੇਵਾਂ। ਗੱਲ ਵੱਖਰੀ ਹੈ ਕਿ ਭਗਤ ਦੀ ਫਿਰ ਪਾਲਣਾ ਵੀ ਵਾਹਿਗੁਰੂ ਆਪ ਹੀ ਕਰਦਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ। ਸੱਚ ਦੇ ਰਾਹ ਤੇ ਚੱਲਣ ਵਾਲੇ ਦੀ ਪੈਜ ਤਾਂ ਫਿਰ ਵਾਹਿਗੁਰੂ ਆਪ ਹੀ ਰੱਖਦਾ ਹੈ। ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਆ ਨਾ, ਤੈਂਡੈ ਸਿਮਰਨ ਹਬ ਕਿਛ ਲੱਦਮ। ਉਹਦੇ ਸਿਮਰਨ ਦੇ ਰਸਤੇ ਤੇ ਬੰਦਾ ਸਮਰਪਿਤ ਹੋ ਜਾਏ ਮਾਲਕ ਨੂੰ, ਇਬਾਦਤ ਦੇ ਰਸਤੇ ਤੇ ਤੁਰੇ ਤੇ ਦਾਤਾ ਤਰੁੱਠ ਕੇ ਸਾਰੀਆਂ ਦਾਤਾਂ ਉਹਦੀ ਝੋਲੀ 'ਚ ਪਾਉਂਦਾ। ਗੱਲ ਵੱਖਰੀ ਹੈ ਕਿ ਜਿਹੜਾ ਵਾਹਿਗੁਰੂ ਦੀ ਇਬਾਦਤ ਦੇ ਰਸਤੇ ਤੇ ਤੁਰਦਾ, ਉਹਦਾ ਅੰਦਰ ਬੜਾ ਸੰਤੁਸ਼ਟ ਹੋ ਜਾਂਦਾ ਹੈ। ਉਹ ਵਾਸ਼ਨਾਵਾਂ ਅਧੀਨ ਨਹੀਂ ਜਿਉਂਦਾ ਹੈ ਕਿ ਆਹ ਪਦਾਰਥ ਵੀ ਮਿਲ ਜਾਏ, ਉਹ ਵੀ ਸਾਰਾ ਕੁਝ ਹੀ ਮੈਂ ਹੀ ਹਾਸਲ ਕਰ ਲਵਾਂ। ਇੱਦਾਂ ਦੀ ਵਾਸ਼ਨਾ ਉਹਦੇ ਜੀਵਨ 'ਚ ਨਹੀਂ ਹੁੰਦੀ। ਉਹ ਬੜਾ ਸਬਰ ਸੰਤੋਖ 'ਚ ਜਿਉਂਦਾ ਹੈ, ਜਿਹਨੂੰ ਧੰਨ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਰੁੱਖੀ ਮਿੱਸੀ ਖਾਏ ਕੈ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਬੰਦਾ ਆਪਣੀਆਂ ਜਿੰਨੀਆਂ ਮਰਜ਼ੀ ਚੋਪੜੀਆਂ ਹੋਣ ਫਿਰ ਵੀ ਦੂਜੇ ਦੀ ਚੋਪੜੀ ਵੇਖ ਕੇ ਸੜੀ ਜਾਂਦਾ, ਪਰ ਭਗਤ ਦਾ ਜੀਵਨ ਇੱਦਾਂ ਦਾ ਨਹੀਂ ਹੁੰਦਾ।
तैंडा सिमरन हब किछ लद्दम बिखम ना डिठम कोई, जिस पत रखै सच्चा साहिब नानक मेट न सकै कोई। हजूर कहंदे जिहदी पत परमेश्वर रख रहा होवे ना, जिहदे वल परमेश्वर होवे, ਉਹਦਾ कोई दूजा वाल भी विंगा नहीं कर सकता। विच करता पुरख खलोआ वाल ना विंगा हो। किन्ना जोर लाया प्रहलाद नूं खत्म करन दे लई हरनाकश ने, पर महाराज कहंदे जिस दा तू रखवाला मारे तिस कौन। जिदा राखा वाहिगुरु आप होवे, जिसके सिर ऊपर तू स्वामी, सो दुख कैसा पावे। हर जुग जुग भगत उपाया, पैज रखदा आया राम राजे। हरनाकश दुष्ट हर मारिया, प्रहलाद तराया। अहंकारियां निंदकां पिठ दे, नाम देव मुख लाया। भगत नामदेव हंकारियां ने भगतां दे नाल बड़ियां वधीकियां करन दी कोशिश कीती। ओ भावें भगत कबीर होण, भगत रविदास साहब होण, भगत नामदेव साहब होण, भावें इन्हां दे जीवन दीयां बहुतियां बातां साडे तक नहीं पहुंचियां, पर जदों आपां इन्हां दी बाणी पढ़दे हां जां जो भी इतिहास अज साडे कोल है, उत्थों पता लगदा है कि किन्ना स्ट्रगल इन्हां भगतां ने जीवन च कीता है भगती दे रस्ते ते चलदियां। ते हंकारी लोगां ने किवें तरह तरह दीयां रुकावटां इन्हां दे रस्ते च पाउण दी कोशिश कीती है। पर यह भगत वाहिगुरु की इबादत भगती दे रंग च ऐसे रंगे हुए सन, संसारी लोगों के तरह तरह के बोलों की इन्हां परवाह नहीं की है, जुड़े रहे। नामदेव महाराज कहते अहंकारियां निंदका पिठ दे, नामदेव मुख लाया। ठाकुर द्वारे चले हैं भगत नामदेव नरसी ब्राह्मणी। ते हंकारियां ने मंदिर च दाखल नहीं होने दिता। ते भगत पिछले पासे आके बह गया। वो तो रब दे नाल जुड़िया सी। ते भगत तां जिथे भी बह जावे उही जगह रब दा घर बन जाती है, उही जगह पूजन दे योग बनती है। महाराज कहते जिथे बैसन साध जन सो थान सुहंदा, ਉਹ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਾ ਦੇਹੁਰਾ ਫਿਰੈ। ਜਿਹੜੇ ਭਗਤ ਨੂੰ ਹੰਕਾਰੀਆਂ ਨੇ ਇੱਕ ਮੰਦਰ 'ਚ ਦਾਖਲ ਨਹੀਂ ਸੀ ਹੋਣ ਦਿੱਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨੂੰ ਹਰੀ ਦੇ ਮੰਦਰ ਪਰਮੇਸ਼ਰ ਦੇ ਘਰ ਹਰ ਮੰਦਰ ਦੇ ਵਿੱਚ ਬਿਠਾ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਨਾਮਦੇਵ ਨੂੰ ਬਿਠਾਇਆ। ਅੱਜ ਸਾਰਾ ਸੰਸਾਰ ਭਗਤ ਨਾਮਦੇਵ ਜੀ ਦੇ ਚਰਨਾਂ 'ਚ ਨਮਸਕਾਰ ਕਰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਕੀ ਹੋਇਆ, गरीब सी, वो उस उच्चे दे नाल जुड़ के उच्चा बन गया। गोबिंद 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 संग नाम देओ मन लीना, आड दाम को शीपरो होयो लाखीना। वो लखां दा बन गया जिन्हों हंकारी कहते सन। नामदेव की है, ये पल्ले ते कौडी भी नहीं है। अज वो नामदेव की वडियाई कुल जहान अंदर है। बुनना तनना त्याग कै प्रीत, चरण कबीरा नीच कुल्ला जुलाहरा भयो गुणी गहीरा। रविदास टवंता ढोर नीत तिन त्यागी माया, प्रगट होआ साध संग हर दर्शन पाया। सैन लाई बुतकारिया वो घर घर सुनिया, हिरदै वसिया पार ब्रह्म भगतां मैं गणिया। ए बिद सुन कै जाठरो उठ भगती लागा, मिलै प्रतख गुसाइयां धन्ना वड। ये सारे भगत वो दाते दी इबादत करके उच्चे बने। इन्हां दा जीवन बड़ा निर्मल जीवन सी। हंकारियां ने इन्हां दे राहां च बड़ियां रुकावटां पाउण दी कोशिश कीती, पर जिहड़ी गल महाराज बाणी च कहंदे हर जन राम नाम गुण गावै, जिहड़ा रब दा प्यारा है ना, वो तो बस रब की वडियाई करता है। कौन की कह रहा है वो इस चीज़ की परवाह कोई नहीं करता है। इसे नूं कबीर साहब कहते नाकों काटी कानों काटी, काट कूट कै डारी। कहो कबीर संतन की बैरन, तीन लोक की प्यारी। कई बार बंदा चंगे रस्ते ते चलना भी चाहता है पर चलता नहीं है। पता नहीं लोग की कहणगे, पता नहीं समाज की कहेगा। भगत इन्हां चीज़ों की परवाह नहीं करता कि लोग की कहणगे। उन्होंने पता है मेरा टारगेट की है, मेरा रस्ता केड़ा है।
ਉਹਨੂੰ ਕੋਈ ਮਾੜਾ ਕਵੇ, ਉਹਨੂੰ ਕੋਈ ਚੰਗਾ ਕਵੇ। ਕਬੀਰ ਸਾਹਿਬ ਕਹਿੰਦੇ ਭਗਤ ਤੇ ਨੱਕ ਤੇ ਕੰਨ ਕੱਟ ਕੇ ਚੱਲਦਾ ਹੈ। ਜਿਹੜਾ ਮਾਇਆ ਵਾਲਾ ਨੱਕ ਕੇ ਮੇਰਾ ਸਮਾਜ ਅੰਦਰ ਨੱਕ ਬਣਿਆ ਰਵੇ। ਕਿੰਨੀਆਂ ਬੁਰਾਈਆਂ ਬੰਦਾ ਇਸੇ ਕਰਕੇ ਕਰ ਦਿੰਦਾ ਕਿ ਬਸ ਲੋਕ ਕਹਿਣ ਜੀ ਬੱਲੇ ਬੱਲੇ ਕਿਆ ਕਮਾਲ ਕਰ ਦਿੱਤੀ ਹੈ। ਮੈਂ ਕੰਨਾਂ ਤੋਂ ਆਪਣੀ ਤਾਰੀਫ ਦੇ ਹੀ ਬੋਲ ਸੁਣਾ। ਕਿੰਨੀਆਂ ਬੁਰਾਈਆਂ ਬੰਦਾ ਇਸੇ ਕੰਮ ਕਰਕੇ ਕਰ ਦਿੰਦਾ ਹੈ। ਪਰ ਭਗਤ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਨਹੀਂ ਜਿਉਂਦਾ ਹੈ। ਲੋਕ ਮਾੜਾ ਕਹਿਣ ਚੰਗਾ ਕਹਿਣ, ਭਗਤ ਇਸ ਚੀਜ਼ ਦੀ ਪਰਵਾਹ ਨਹੀਂ ਕਰਦਾ। ਮਹਾਰਾਜ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਜਿਹੜਾ ਜੀਵਨ ਦੇ ਗੁਣ ਹਨ, ਇਬਾਦਤ ਹੈ, ਚੰਗਿਆਈਆਂ ਹਨ, ਉਹ ਚੀਜ਼ ਭਗਤ ਨਹੀਂ ਛੱਡਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਹ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਮਹਾਰਾਜ ਕਹਿੰਦੇ ਬੜੇ ਬਿਖਮ ਮਾਰਗ ਤੇ ਚੱਲਦਾ ਹੈ, ਕਿਉਂਕਿ ਸੰਸਾਰੀਆਂ ਦਾ ਵੱਡਾ ਵਹਿਣ ਉਲਟ ਪਾਸੇ ਨੂੰ ਚੱਲਦਾ ਪਿਆ ਹੈ। ਭਗਤ ਤਾਂ ਇੱਕ ਆਦੀ ਹੁੰਦਾ ਹੈ ਜਿਹੜਾ ਸੰਸਾਰ ਦੇ ਵਹਿਣ ਤੋਂ ਉਲਟ ਚੱਲਦਾ ਹੈ। ਤੇ ਨਦੀ ਜਿਹੜੇ ਪਾਸੇ ਨੂੰ ਵਹਿੰਦੀ ਪਈ ਹੋਵੇ, ਉਸ ਪਾਸੇ ਨੂੰ ਤਾਂ ਕੋਈ ਵੀ ਬੇੜਾ ਠੇਲ ਕੇ ਤੇ ਚੱਲ ਸਕਦਾ ਹੈ, ਕੋਈ ਬੰਦਾ ਤੈਰ ਸਕਦਾ ਹੈ। ਪਰ ਵਹਿਣ ਤੋਂ ਉਲਟ ਚੱਲਣਾ ਤਾਂ ਫਿਰ ਮਰਦਾਂ ਦਾ ਕੰਮ ਹੀ ਹੁੰਦਾ ਹੈ, ਦਲੇਰਾਂ ਦਾ ਕੰਮ, ਬਹਾਦਰਾਂ ਦਾ ਕੰਮ ਹੀ ਹੁੰਦਾ ਹੈ। ਤੇ ਉਹ ਕੰਮ ਕਰਦੇ ਨੇ ਭਗਤ ਰੂਪੀ ਬਹਾਦਰ। ਇਸ ਕਰਕੇ ਗੁਰੂ ਕਹਿੰਦੇ ਬਿਖਮ ਮਾਰਗ ਚੱਲਣਾ, ਬੜੇ ਬਿਖਮ ਮਾਰਗ ਤੇ ਭਗਤ ਚੱਲਦਾ ਹੈ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਭਗਤ ਦੇ ਜੀਵਨ ਅੰਦਰ ਲੱਭ ਲੋਭ ਨਹੀਂ ਹੈ। ਲੱਭ ਲੋਭ ਮਤਲਬ ਲਾਲਚ, ਹੰਕਾਰ ਵੀ ਨਹੀਂ ਹੈ, ਤ੍ਰਿਸ਼ਨਾ ਵੀ ਨਹੀਂ ਹੈ। ਭਗਤ ਤਾਂ ਵਾਹਿਗੁਰੂ ਦੇ ਨਾਲ ਸੱਚਾ ਪਿਆਰ ਪਾ ਕੇ ਜਿਉਂਦਾ ਹੈ। ਅਸੀਂ ਵੀ ਵੇਖੋ ਆਉਂਦੇ ਹਾਂ ਗੁਰੂ ਕੇ ਦਰ ਤੇ, ਆਉਂਦੇ ਹਾਂ ਬਾਣੀ ਵੀ ਪੜ੍ਹਦੇ ਹਾਂ, ਨਾਮ ਵੀ ਜਪਦੇ ਹਾਂ, ਪਰ ਸਾਡੇ ਧਰਮ ਦੇ ਪਿੱਛੇ ਵੀ ਸਾਡਾ ਲਾਲਚ ਹੁੰਦਾ ਹੈ। ਸਾਡੀਆਂ ਅਰਦਾਸਾਂ ਦੇ ਪਿੱਛੇ ਵੀ ਸਾਡੀਆਂ ਖੁਆਇਸ਼ਾਂ ਹਨ, ਸਾਡੀ ਤ੍ਰਿਸ਼ਨਾ ਹੈ। ਸਾਨੂੰ ਆਹ ਵੀ ਸੁੱਖ ਮਿਲ ਜਾਏ, ਉਹ ਵੀ ਸੁੱਖ ਮਿਲ ਜਾਏ, ਆਹ ਵੀ ਪਦਾਰਥ ਮਿਲ ਜਾਏ। ਪਰ ਭਗਤ ਕੋਈ ਪਿੱਛੇ ਤ੍ਰਿਸ਼ਨਾ ਮਨ 'ਚ ਰੱਖ ਕੇ, ਕੋਈ ਲਾਲਚ ਰੱਖ ਕੇ ਭਗਤੀ ਨਹੀਂ ਕਰਦਾ ਹੈ। ਫਰੀਦ ਸਾਹਿਬ ਨੇ ਤੇ ਇੱਥੋਂ ਤੱਕ ਬਚਨ ਕੀਤੇ, ਕਹਿੰਦੇ ਫਰੀਦਾ ਜਾਂ ਲੱਭ ਤਾਂ ਨੇ ਕਿਹਾ। ਕਹਿੰਦੇ ਜਿੱਥੇ ਲੱਭ ਹੈ ਨਾ, ਲਾਲਚ ਹੈ ਨਾ, ਉੱਥੇ ਪਿਆਰ ਨਹੀਂ ਹੁੰਦਾ ਹੈ। ਉਹ ਸਾਂਝ ਕੇਵਲ ਓਨਾ ਚਿਰ ਚੱਲਦੀ ਹੈ ਜਿੰਨੀ ਦੇਰ ਤੱਕ ਲਾਲਚ ਪੂਰਾ ਹੁੰਦਾ ਜਾਂਦਾ ਹੈ। ਕਿੰਨੇ ਰਿਸ਼ਤੇ ਨਾਤੇ ਮਿੱਤਰਤਾ ਅਸੀਂ ਵਹਿੰਦੇ ਹਾਂ, ਟੁੱਟ ਜਾਂਦੇ ਹਨ। ਕਾਰਨ ਕੀ ਹੈ? ਲਾਲਚ ਤੇ ਖਲੋਤਾ ਹੈ ਰਿਸ਼ਤਾ। ਇੱਕ ਨੇ ਆਪਣੀ ਮਜਬੂਰੀ ਕਰਕੇ ਇਨਕਾਰ ਕਰ ਦਿੱਤਾ, ਦੂਜੇ ਨੇ ਮੂੰਹ ਹੀ ਵੱਟ ਲਿਆ। ਦੂਜੇ ਦੀ ਮਜਬੂਰੀ ਨਹੀਂ ਸਮਝੀ, ਬਸ ਮੂੰਹ ਹੀ ਵੱਟ ਲਿਆ। ਮਹਾਰਾਜ ਕਹਿੰਦੇ ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਨੇ, ਕਿਚਰ ਝੱਤ ਲੰਘਾਈਆ ਛੱਪਰ ਟੁੱਟੈ ਮੇ। ਉਹ ਮੀਂਹ ਪੈਂਦਾ ਹੋਵੇ, ਫਰੀਦ ਸਾਹਿਬ ਕਹਿੰਦੇ ਛੱਪੜੀ ਹੋਏ ਟੁੱਟੀ, ਕਿੰਨੀ ਕੁ ਦੇਰ ਤੱਕ ਬੰਦਾ ਥੱਲੇ ਸਮਾਂ ਲੰਘਾ ਲਏਗਾ? ਕਿੰਨੀ ਕੁ ਦੇਰ ਤੱਕ ਥੱਲੇ ਟਿਕਿਆ ਰਹਿ ਸਕਦਾ ਹੈ? ਕੁਝ ਨਾ ਕੁਝ ਸਮੇਂ ਬਾਅਦ ਤਾਂ ਉਹ ਪਾਣੀ ਦੇ ਨਾਲ ਉਹਨੇ ਗਿੱਲਾ ਹੋਣਾ ਹੀ ਹੋਣਾ ਹੈ। ਇੱਦਾਂ ਹੀ ਕਹਿੰਦੇ ਜਿਵੇਂ ਟੁੱਟੀ ਹੋਈ ਛੱਪੜੀ 'ਚ ਬਹੁਤੀ ਦੇਰ ਤੱਕ ਸਮਾਂ ਨਹੀਂ ਲੰਘਾਇਆ ਜਾ ਸਕਦਾ, ਲੱਭ ਤੇ ਖਲੋਤੀ ਹੋਈ ਪ੍ਰੀਤ ਵੀ ਬਹੁਤੀ ਦੇਰ ਤੱਕ ਨਹੀਂ ਚੱਲਦੀ ਹੈ। ਤੇ ਭਗਤ ਦੀ ਪਰਮੇਸ਼ਰ ਦੇ ਨਾਲ ਜਿਹੜੀ ਪ੍ਰੀਤ ਹੈ, ਕਿਸੇ ਲੱਭ ਤੇ, ਕਿਸੇ ਲੋਭ ਤੇ, ਕਿਸੇ ਲਾਲਚ ਤੇ ਨਹੀਂ ਖਲੋਤੀ। ਉਹਦੇ ਅੰਦਰ ਸਬਰ, ਸੰਤੋਖ, ਸੱਚਾ ਪਿਆਰ ਹੈ। ਤੇ ਭਗਤ ਸੰਸਾਰ ਅੰਦਰ ਵੀ ਵਿਚਰਦਿਆਂ ਵੇਖੋ ਲੱਭ ਲੋਭ ਲਾਲਚ ਦੇ ਵਿੱਚ ਨਹੀਂ ਪੈਂਦਾ ਹੈ। ਬਹੁਤ ਨਾ ਹੀ ਬੋਲਣਾ, ਉਹ ਬਹੁਤਾ ਬੋਲਦਾ ਨਹੀਂ ਹੈ, ਬੋਲਦਾ ਹੈ ਬੜੇ ਸੰਜਮ 'ਚ ਬੋਲਦਾ ਹੈ। ਤੇ ਉਹਦਾ ਇੱਕ ਇੱਕ ਬੋਲ ਬੜੇ ਵਜਨ ਵਾਲਾ ਬੋਲ ਹੁੰਦਾ ਹੈ। ਰਹਿੰਦੀ ਦੁਨੀਆ ਤੱਕ ਭਗਤ ਦੇ ਬੋਲ ਸੰਸਾਰ ਦੀ ਅਗਵਾਈ ਕਰਦੇ ਹਨ। ਭਗਤਾਂ ਨੇ ਬੋਲਿਆ, ਉਹ ਬੋਲ ਲਿਖੇ ਗਏ। ਅੱਜ ਉਹ ਬੋਲ ਭਗਤਾਂ ਦੇ ਭਗਤ ਬਾਣੀ ਰੂਪ ਦੇ ਵਿੱਚ ਸਾਡੇ ਕੋਲ ਮੌਜੂਦ ਹਨ, ਜਿਹਦੇ ਤੋਂ ਅਸੀਂ ਜ਼ਿੰਦਗੀ ਦੀ ਅਗਵਾਈ ਲੈਂਦੇ ਹਾਂ। ਉਹ ਬੋਲਦੇ ਨੇ ਬੜੇ ਸੰਜਮ ਦੇ ਨਾਲ ਬੋਲਦੇ ਨੇ, ਉਹ ਬੋਲਦੇ ਨੇ ਬੜਾ ਗਹਿਰਾ ਬੋਲਦੇ ਨੇ, ਭਗਤ ਬੋਲਦੇ ਨੇ ਬੜਾ ਉੱਚਾ ਬੋਲਦੇ ਹਨ। ਤੇ ਭਗਤ ਦੇ ਜੀਵਨ 'ਚ ਜਿਹੜਾ ਸੰਜਮ ਹੈ ਨਾ, ਲੱਭ ਲੋਭ ਤ੍ਰਿਸ਼ਨਾ ਤੋਂ ਜਿਹੜਾ ਰਹਿਤ ਜੀਵਨ ਹੈ,
ਉਹ ਫਿਰ ਸੰਸਾਰੀ ਤੌਰ ਤੇ ਕੀ ਹੁੰਦਾ ਹੈ, ਜਿਹੜਾ ਹੰਕਾਰੀ ਬੰਦਾ ਹੈ ਉਹ ਸੋਚਦਾ ਹੈ ਕਿ ਮੈਂ ਹਰ ਇੱਕ ਨੂੰ ਆਪਣੇ ਪੈਸੇ ਦੇ ਜ਼ੋਰ ਤੇ ਖਰੀਦ ਸਕਦਾ ਹਾਂ। ਉਹ ਫਿਰ ਭਗਤ ਨੂੰ ਵੀ ਸੰਸਾਰੀ ਲੋਕ ਲਾਲਚ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਲਾਲਚ ਦੇ ਕੇ ਭਗਤ ਦਾ ਈਮਾਨ ਵੀ ਖਰੀਦ ਲਵਾਂ, ਪਰ ਭਗਤ ਟੁਕੜਿਆਂ ਤੇ ਵਿਕਦੇ ਨਹੀਂ ਹਨ। ਜਿਹੜੇ ਪਰਮੇਸ਼ਰ ਦੇ ਰਸਤੇ ਤੇ ਚੱਲਣ ਵਾਲੇ ਅਸਲੀ ਪਿਆਰੇ ਤੇ ਸਚਿਆਰੇ ਹਨ, ਜਿਨ੍ਹਾਂ ਬਾਰੇ ਮਹਾਰਾਜ ਕਹਿੰਦੇ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ। ਉਹ ਕੋਈ ਬਾਹਰ ਦੇ ਪਦਾਰਥਾਂ ਤੇ ਟਕਿਆਂ ਤੇ ਵਿਕਦੇ ਨਹੀਂ ਹਨ, ਜਿਨ੍ਹਾਂ ਬਾਰੇ ਮਹਾਰਾਜ ਕਹਿੰਦੇ ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਉਹ ਰੱਬ ਦੇ ਘਰ ਸ਼ੋਭਾ ਪਾਉਂਦੇ ਨੇ ਵਾਹਿਗੁਰੂ ਦੀ ਕੀਰਤੀ ਗਾ ਕੇ, ਤੇ ਹੰਕਾਰੀ ਲੋਕ ਉਹਨਾਂ ਨੂੰ ਵੀ ਮਾਇਆ ਦੇ ਨਾਲ ਖਰੀਦਣਾ ਚਾਹੁੰਦੇ ਨੇ, ਪਰ ਭਗਤ ਖਰੀਦਿਆ ਨਹੀਂ ਜਾ ਸਕਦਾ, ਭਗਤ ਦਾ ਈਮਾਨ ਖਰੀਦਿਆ ਨਹੀਂ ਜਾ ਸਕਦਾ, ਕਿਉਂਕਿ ਉਹਦੇ ਜੀਵਨ 'ਚ ਕੋਈ ਲੱਭ, ਕੋਈ ਲੋਭ, ਕੋਈ ਲਾਲਚ ਹੈ ਹੀ ਨਹੀਂ ਹੈ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਭਗਤ ਦਾ ਜਿਹੜਾ ਜਿਉਣਾ ਹੈ, ਚੱਲਣਾ ਹੈ, ਉਹ ਖੰਡੇ ਦੀ ਧਾਰ ਤੋਂ ਵੀ ਤਿੱਖੇ ਮਾਰਗ ਤੇ ਚੱਲਣ ਵਾਲਾ ਜੀਵਨ ਹੈ। ਵਾਲ ਤੋਂ ਵੀ ਬਾਰੀਕ ਰਸਤੇ ਤੇ ਚੱਲਣ ਵਾਲਾ ਭਗਤ ਦਾ ਮਾਰਗ ਹੈ। ਏਤ ਮਾਰਗ ਜਾਣਾ ਭਾਵ ਬੜੀ ਸੁਚੇਤਤਾ ਦੇ ਨਾਲ ਭਗਤ ਚੱਲਦਾ ਹੈ। ਜਿਵੇਂ ਬਹੁਤ ਛੋਟਾ ਰਸਤਾ ਹੋਵੇ ਤੇ ਬਹੁਤ ਛੋਟੀ ਪੁਲੀ ਹੋਵੇ ਕਿਸੇ ਨਦੀ ਦੇ ਉੱਤੇ, ਵੱਡੇ ਵੱਡੇ ਪੁਲ ਬਣੇ ਹੁੰਦੇ ਨੇ, ਆਪਾਂ ਲੰਘ ਜਾਂਦੇ ਹਾਂ, ਬਹੁਤੀ ਧਿਆਨ ਦੀ ਲੋੜ ਹੀ ਨਹੀਂ ਪੈਂਦੀ, ਰਸਤਾ ਚੱਲ ਰਿਹਾ। ਪਰ ਨਦੀ ਹੋਵੇ ਬਹੁਤ ਵਿਸ਼ਾਲ ਤੇ ਉਹਦੇ ਤੇ ਬਣੀ ਹੋਈ ਛੋਟੀ ਜਿਹੀ ਪੁਲੀ, ਹੁਣ ਉਹਦੇ ਤੋਂ ਬੰਦੇ ਨੇ ਲੰਘਣਾ ਹੈ, ਬਸ ਪੈਰ ਹੀ ਰੱਖਣ ਜੋਗੀ ਜਗ੍ਹਾ ਹੈ, ਤੇ ਬੜੇ ਧਿਆਨ ਦੇ ਨਾਲ ਉਸ ਰਾਹ ਤੋਂ ਚੱਲਣਾ ਪੈਂਦਾ। ਥੋੜਾ ਬਹੁਤਾ ਵੀ ਧਿਆਨ ਭਟਕ ਗਿਆ, ਕਦਮ ਇੱਧਰ ਉੱਧਰ ਹੋਇਆ ਤੇ ਬੰਦਾ ਡਿੱਗ ਗਿਆ। ਇਸੇ ਤਰ੍ਹਾਂ ਭਗਤ ਜਿਹੜੇ ਰਸਤੇ ਤੇ ਚੱਲਦਾ ਹੈ ਨਾ, ਬੜਾ ਉਹ ਬਾਰੀਕ ਰਸਤਾ, ਖੰਡੇ ਦੀ ਧਾਰ ਤੋਂ ਤਿੱਖਾ ਵਾਲ ਤੋਂ ਬਾਰੀਕ ਹੈ। ਡੋਲਣ ਦਾ ਹਰ ਪਲ ਖਤਰਾ ਬਣਿਆ ਰਹਿੰਦਾ ਹੈ, ਡੁਲਾਉਣ ਵਾਲੇ ਵੀ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਹਨ। ਭਗਤ ਬੜਾ ਸੁਚੇਤ ਹੋ ਕੇ ਚੱਲਦਾ ਹੈ, ਭਗਤ ਬੜੀ ਇਕਾਗਰਤਾ ਦੇ ਨਾਲ ਚੱਲਦੇ ਹਨ। ਉਹ ਇਸ ਬਾਰੀਕ ਮਾਰਗ ਤੋਂ ਚੱਲਦਿਆਂ ਹੋਇਆਂ ਮੰਜ਼ਿਲ ਤੇ ਪਹੁੰਚਦੇ ਨੇ। ਤੇ ਮਹਾਰਾਜ ਕਹਿੰਦੇ ਅਸਲ 'ਚ ਇਸ ਰਸਤੇ ਤੋਂ, ਜਿਹੜਾ ਖੰਡੇ ਦੀ ਧਾਰ ਤੋਂ ਤਿੱਖਾ ਵਾਲ ਤੋਂ ਬਾਰੀਕ ਰਸਤਾ ਹੈ, ਇਸ ਰਸਤੇ ਤੇ ਚੱਲਣ ਦੀ ਸਮਰੱਥਾ ਵੀ ਵਾਹਿਗੁਰੂ ਦੀ ਕਿਰਪਾ ਤੇ ਗੁਰੂ ਦੀ ਰਹਿਮਤ ਸਦਕਾ ਹੀ ਬਣਦੀ ਆ। ਉਹਦੇ ਤੋਂ ਬਿਨਾਂ ਜੇ ਕੋਈ ਬੰਦਾ ਆਪਣੇ ਆਪ 'ਚ ਕਵੇ ਜੀ ਮੈਂ ਚੱਲ ਪਵਾਂਗਾ ਭਗਤੀ ਦੇ ਰਸਤੇ ਤੇ, ਮੈਂ ਭਗਤ ਬਣ ਜਾਵਾਂਗਾ, ਤੇ ਇਹ ਭਗਤੀ ਦਾ ਰਸਤਾ ਕੋਈ ਹੰਕਾਰ ਦੇ ਦਾਅਵਿਆਂ ਦਾ ਰਸਤਾ ਨਹੀਂ ਹੈ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ। ਗੁਰੂ ਦੀ ਕਿਰਪਾ ਸਦਕਾ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਣੇ ਆਪੇ ਭਾਵ ਨੂੰ ਛੱਡ ਦਿੱਤਾ, ਭਾਵ ਗਰੀਬੀ, ਹਲੀਮੀ, ਨਿਮਰਤਾ। ਸਾਰੇ ਭਗਤਾਂ ਦੀ ਬਾਣੀ ਪੜ੍ਹ ਕੇ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਚੋਂ ਭਗਤਾਂ ਦੀ ਬਾਣੀ 'ਚ ਅਤਿਅੰਤ ਨਿਮਰਤਾ ਹੈ। ਹਮ ਗਰੀਬ, ਮੈਂ ਮਸਕੀਨ, ਤੇਰਾ ਨਾਮ ਖੁੰਦਕਾਰਾ। ਕਿੰਨੇ ਹੀ ਬਚਨ ਬਾਣੀ ਦੇ ਭਗਤਾਂ ਦੇ ਐਸੇ ਨੇ ਜਿਹਦੇ 'ਚ ਨਿਮਰਤਾ ਹੀ ਨਿਮਰਤਾ ਦੀ ਗੱਲ ਕੀਤੀ ਗਈ ਆ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਣਾ ਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰ। ਨਿਮਰਤਾ ਹੀ ਨਿਮਰਤਾ ਹੈ ਭਗਤਾਂ ਦੇ ਜੀਵਨ ਅੰਦਰ। ਇਸੇ ਕਰਕੇ ਤੇ ਭਗਤ ਉੱਚੇ ਬਣ ਕੇ ਸੰਸਾਰ 'ਚ ਸ਼ੋਭਾ ਖੱਟ ਰਹੇ ਨੇ, ਕਿਉਂਕਿ ਗੁਰੂ ਕਹਿੰਦੇ ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਸੋ ਭਗਤ ਆਪਣੇ ਜੀਵਨ 'ਚੋਂ ਆਪਾ ਭਾਵ ਤਿਆਗਦੇ ਹਨ, ਤੇ ਉਹ ਆਪਾ ਭਾਵ ਹੰਕਾਰ ਛੱਡਿਆ ਹੀ ਗੁਰੂ ਦੀ ਕਿਰਪਾ ਸਦਕਾ ਜਾ ਸਕਦਾ ਹੈ, ਤੇ ਗੁਰੂ ਦੇ ਸ਼ਬਦ ਦੀ ਕਮਾਈ ਸਦਕਾ ਹੈ। ਉਹਦੇ ਤੋਂ ਬਿਨਾਂ ਹੰਕਾਰ ਅੰਦਰ ਤੋਂ ਮੁੱਕਦਾ ਨਹੀਂ ਹੈ। ਗੁਰੂ ਕਹਿੰਦੇ ਹਉਮੈ ਦੀਰਘ ਰੋਗ ਹੈ। ਦੀਰਘ ਮਤਲਬ ਵੱਡਾ। ਦਾਰੂ ਪੀ ਇਸ ਮਾਹੇ, ਹਾਂ ਇਹਦਾ ਇਲਾਜ ਵੀ ਹੈ, ਲਾ ਇਲਾਜ ਨਹੀਂ ਹੈ ਹੰਕਾਰ ਦਾ ਰੋਗ।
ਉਹ ਇਲਾਜ ਇਹਦਾ ਕਿੱਦਾਂ ਹੁੰਦਾ ਹੈ? ਨਦਰ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਵਾਹਿਗੁਰੂ ਕਿਰਪਾ ਕਰੇ, ਬੰਦਾ ਗੁਰੂ ਦੇ ਸ਼ਬਦ ਦੀ ਕਮਾਈ ਦੇ ਰਸਤੇ ਤੇ ਤੁਰੇ, ਹੰਕਾਰ ਮੁੱਕ ਜਾਂਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਧਿਆਟੇ। ਗੁਰੂ ਦੀ ਕਿਰਪਾ ਸਦਕਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਜਿਨ ਆਪ ਤਜਿਆ ਹਰ ਵਾਸ਼ਨਾ ਸਮਾਣੀ। ਉਹ ਫਿਰ ਵਾਹਿਗੁਰੂ ਦੀ ਇਬਾਦਤ ਬੰਦਗੀ ਦੇ ਰਸਤੇ ਤੇ ਜਦੋਂ ਜੁੜਦਾ ਹੈ ਗੁਰਮੁਖ ਭਗਤ, ਤੇ ਜਿਹੜੀਆਂ ਬਾਹਰ ਦੀਆਂ ਵਾਸ਼ਨਾਵਾਂ ਨੇ ਉਹ ਪਰਮੇਸ਼ਰ ਦੀ ਇਬਾਦਤ ਸਦਕਾ ਅੰਦਰ ਹੀ ਸਮਾ ਜਾਂਦੀਆਂ, ਮੁੱਕ ਜਾਂਦੀਆਂ ਹਨ। ਵਾਸ਼ਨਾਵਾਂ ਮੁੱਕ ਜਾਂਦੀਆਂ ਹਨ ਭਗਤ ਦੇ ਜੀਵਨ ਚੋਂ। ਕਹੈ ਨਾਨਕ ਚਾਲ ਭਗਤਾਂ ਜੋਗੋ ਜੁਗ ਨਿਰਾਲੇ। ਮਹਾਰਾਜ ਕਹਿੰਦੇ ਕੇਵਲ ਅੱਜ ਦੀ ਗੱਲ ਨਹੀਂ ਹੈ, ਜੁਗਾਂ ਜਗਾਂਤਰਾਂ ਤੋਂ ਵੇਖ ਲਵੋ ਭਗਤਾਂ ਦੇ ਜੀਵਨ ਦੀ ਜਿਹੜੀ ਚਾਲ ਹੈ ਉਹ ਹਮੇਸ਼ਾ ਹੀ ਨਿਰਾਲੀ ਰਹੀ ਹੈ। ਭਗਤ ਦਾ ਜਿਉਣਾ ਸੰਸਾਰੀਆਂ ਤੋਂ ਹਮੇਸ਼ਾ ਹੀ ਵੱਖਰਾ ਰਿਹਾ ਹੈ। ਤੇ ਇਸ ਰਸਤੇ ਤੇ ਤੁਰਦਿਆਂ ਭਗਤ ਨੂੰ ਬੜੀਆਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਹਿਣੀਆਂ ਪਈਆਂ, ਬੜੀਆਂ ਤਰ੍ਹਾਂ ਦੀਆਂ ਮੁਸ਼ਕਲਾਂ ਭਗਤਾਂ ਨੂੰ ਸਹਿਣੀਆਂ ਪੈਂਦੀਆਂ ਹਨ, ਪਰ ਭਗਤ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਹਨ। ਕਿਸੇ ਤਰ੍ਹਾਂ ਦਾ ਉਹਨਾਂ ਦੇ ਮਨ 'ਚ ਕੋਈ ਤਰਕ ਨਹੀਂ ਹੁੰਦਾ ਹੈ, ਕਿਸੇ ਤਰ੍ਹਾਂ ਦਾ ਉਹ ਮਾਲਕ ਪ੍ਰਤੀ ਵੀ ਕੋਈ ਤਰਕ ਜਾਂ ਉਲਾਮਾ ਨਹੀਂ ਦਿੰਦੇ ਹਨ। ਮਹਾਰਾਜ ਕਹਿੰਦੇ ਉਲਾਹਨੋ ਮੈਂ ਕਾਹੂ ਨਾ ਦੀਨੋ, ਮਨ ਮੀਠ ਤੁਹਾਰੋ ਕੀਨੋ। ਹੇ ਮਾਲਕ ਜੀ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਛਲ ਸਮਾਨਾ। ਕਿਉਂਕਿ ਭਗਤ ਹੁਕਮ ਰਜਾਈ ਹੋ ਕੇ ਚੱਲਦਾ ਹੈ। ਭਗਤ ਜਨਾ ਕੋ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੈ। ਪਾਤਸ਼ਾਹ ਕਹਿੰਦੇ ਭਗਤ ਦੇ ਜੀਵਨ ਅੰਦਰ ਹਮੇਸ਼ਾ ਹੀ ਆਨੰਦ ਹੈ, ਉਹ ਰੱਬੀ ਕੀਰਤੀ ਗਾਉਂਦਾ ਹੈ ਤੇ ਹਮੇਸ਼ਾ ਵਿਗਾਸ 'ਚ ਰਹਿੰਦਾ ਹੈ। ਭਗਤ ਭਾਵ ਇਹ ਮਾਰਗ ਬਿਖੜਾ, ਗੁਰਦੁਆਰਾ ਕੋ ਪਾਵੇ। ਕਹੈ ਨਾਨਕ ਜਿਸ ਕਰੇ ਕਿਰਪਾ, ਸੋ ਹਰ ਭਗਤੀ ਚਿੱਤ ਲਾਵੇ। ਜਿਹਦੇ ਤੇ ਮਾਲਕ ਰਹਿਮਤ ਕਰਦੇ ਹਨ ਉਹ ਫਿਰ ਜੀਵ ਵਾਹਿਗੁਰੂ ਦੀ ਭਗਤੀ 'ਚ ਆਪਣੇ ਚਿੱਤ ਨੂੰ, ਸੁਰਤ ਨੂੰ ਜੋੜਦਾ। ਭਗਤ ਸ਼ਬਦ ਦੀ ਵਿਆਖਿਆ ਕਰਦਿਆਂ ਵਿਚਾਰਵਾਨ ਤਿੰਨਾਂ ਅੱਖਰਾਂ ਨੂੰ ਵੱਖਰਾ ਵੱਖਰਾ ਕਰਕੇ ਇਹਦੇ ਅਰਥ ਕਰਦੇ ਹਨ। ਇਹ ਭਗਤ ਕੌਣ ਹੈ? ਭੱਬੇ ਦਾ ਭਾਵ ਹੈ ਭਗਤੀ, ਗੱਗੇ ਦਾ ਭਾਵ ਹੈ ਗਿਆਨ, ਤੇ ਤੱਤੇ ਦਾ ਭਾਵ ਹੈ ਤਿਆਗ। ਜਿਹਦੇ ਜੀਵਨ ਅੰਦਰ ਅਕਾਲ ਪੁਰਖ ਦੀ ਭਗਤੀ ਹੈ, ਸਿਮਰਨ ਹੈ, ਜਿਹਦੇ ਜੀਵਨ ਅੰਦਰ ਗਿਆਨ ਹੈ ਪਰਮੇਸ਼ਰ ਦੇ ਘਰ ਦਾ, ਤੇ ਜਿਹਨੇ ਆਪਣੇ ਜੀਵਨ ਚੋਂ ਵਾਸ਼ਨਾਵਾਂ ਨੂੰ ਤਿਆਗ ਦਿੱਤਾ ਹੈ। ਕਿਉਂਕਿ ਬਾਣੀ ਨੇ ਕੀ ਤਿਆਗਣ ਦੀ ਗੱਲ ਕਹੀ ਹੈ? ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਜਿਹਨੇ ਆਪਣੇ ਜੀਵਨ ਚੋਂ ਇਹਨਾਂ ਵਾਸ਼ਨਾਵਾਂ ਨੂੰ, ਵਿਕਾਰਾਂ ਨੂੰ ਤਿਆਗ ਦਿੱਤਾ। ਭਗਤੀ ਹੈ, ਗਿਆਨ ਹੈ ਤੇ ਤਿਆਗ ਹੈ ਜਿਹਦੇ ਜੀਵਨ ਅੰਦਰ, ਉਹ ਹੈ ਅਸਲ ਦੇ ਵਿੱਚ ਪਰਮਾਤਮਾ ਦਾ ਭਗਤ। ਤੇ ਬਾਬਾ ਫਰੀਦ ਸਾਹਿਬ ਨੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਇੱਕ ਬਚਨ ਕਿਹਾ, ਕਹਿੰਦੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜਿਹਨੂੰ ਮਾਣ ਮਿਲਦਾ ਹੈ ਉਹ ਨਿਮਾਣਾ ਬਣ ਕੇ ਚੱਲਦਾ ਹੈ। ਤਾਣ ਤਾਕਤ ਹੈ ਪਰ ਫਿਰ ਵੀ ਨਿਤਾਣਾ ਬਣ ਕੇ ਚੱਲਦਾ ਹੈ। ਥੋੜਾ ਵੀ ਹੈ ਫਿਰ ਵੀ ਵੰਡਣ ਵਾਲੀ ਬਿਰਤੀ ਹੈ। ਜਿਹਦਾ ਇਹ ਸੁਭਾਅ ਬਣ ਗਿਆ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਗੁਰੂ ਅਮਰਦਾਸ ਸਾਹਿਬ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ। ਭਗਤ ਦੀ ਜੀਵਨ ਜੁਗਤ ਬੜੀ ਵੱਖਰੀ ਹੈ ਤੇ ਇਸੇ ਵੱਖਰੀ ਨਿਰਮਲ ਜੀਵਨ ਜੁਗਤ ਸਦਕਾ ਹੀ ਸੰਸਾਰ ਦੀਆਂ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੀ ਪਰਵਾਹ ਕੀਤੇ ਤੋਂ ਬਿਨਾਂ ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ 'ਚ ਭਗਤ ਵਿਚਰਦਾ, ਆਨੰਦ ਅਵਸਥਾ 'ਚ ਵਿਚਰਦਾ ਹੈ। ਸੋ ਸਤਿਗੁਰੂ ਮਿਹਰ ਕਰਨ, ਭਗਤ ਵਾਲੀ ਜੀਵਨ ਜੁਗਤ ਸਾਡੀ ਸਭ ਦੀ ਬਣੇ ਜੀਵਨ ਆਨੰਦ ਅਵਸਥਾ, ਖੇੜੇ ਅਵਸਥਾ, ਵਿਗਾਸ ਤੱਕ ਪਹੁੰਚੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਨਾ ਚਤਾਰਨੀਆਂ। ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ